नमस्कार, चंडीगढ़ तो खबरां दे इस बुलेटिन विच तुहाडा स्वागत है। मैं जगजीत कौर ते हुण पेश ने इस बुलेटिन दीआं मुख खबरां। प्रधानमंत्री अनुसार सरकार ਵੱਲੋਂ अर्थचारे ਦੀ ਬਿਹਤਰੀ ਲਈ ਚੁੱਕੇ ਗਏ ਕਦਮਾਂ ਕਾਰਨ ਦੇਸ਼ ਦੇ ਆਰਥਿਕ ਵਾਧੇ ਵਿੱਚ ਹੋ ਰਿਹਾ ਹੈ ਸੁਧਾਰ। ਪੰਜਾਬ ਬੀਜੇਪੀ ਵੱਲੋਂ ਅੱਜ ਜਨ ਸੰਵਾਦ ਵਰਚੁਅਲ ਰੈਲੀ ਰਾਹੀਂ ਸੂਬੇ ਦੀ ਕਿਸਾਨੀ ਅਤੇ ਹੋਰ ਮੁੱਦਿਆਂ ਤੇ ਕੀਤੀ ਗਈ ਚਰਚਾ। ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਜਾਰੀ ਹਿਦਾਇਤਾਂ ਦੀ ਸਖਤੀ ਨਾਲ ਪਾਲਣਾ ਦੇ ਦਿੱਤੇ ਗਏ ਹੁਕਮ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਵੱਲੋਂ ਦੇਸ਼ ਦੇ ਆਰਥਿਕ ਵਿਕਾਸ ਲਈ ਲਏ ਗਏ ਛੋਟੇ ਅਤੇ ਲੰਬੇ ਸਮੇਂ ਦੇ ਫੈਸਲਿਆਂ ਤੋਂ ਅਰਥ ਵਿਵਸਥਾ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਫੈਸਲੇ ਕਿਸਾਨਾਂ, ਲੋਕਾਂ ਅਤੇ ਦੇਸ਼ ਦੇ ਆਰਥਿਕ ਵਾਧੇ ਲਈ ਕਾਰਗਰ ਹੋਏ ਨੇ। From the sea to space, from the farms to the factories, people-friendly and growth-friendly decisions have been taken. The call for Atmanirbhar Bharat, self-reliant India, will ensure economic strength and prosperity for every Indian. ਅੱਜ ਨਵੀਂ ਦਿੱਲੀ ਵਿੱਚ ਡਾਕਟਰ ਜੋਸਫ ਮਾਰਥੋਮਾ ਜਯੰਤੀ ਦੇ ਸਮਾਗਮ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਤਹਿਤ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਨੇ ਅਤੇ ਦੇਸ਼ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਅਸਰ ਹੋਰ ਦੇਸ਼ਾਂ ਨਾਲੋਂ ਘੱਟ ਹੈ ਅਤੇ ਸਾਡੇ ਦੇਸ਼ ਵਿੱਚ ਹਾਲਾਤ ਬਿਹਤਰ ਨੇ। ਉਨ੍ਹਾਂ ਕਿਹਾ ਕਿ ਲਾਕਡਾਊਨ ਅਤੇ ਕੋਰੋਨਾ ਵਾਰੀਅਰਸ ਦੀ ਹਿੰਮਤ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਕਾਮਯਾਬੀ ਮਿਲੀ ਹੈ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਰਿਕਵਰੀ ਰੇਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਪੀੜਤ 58% ਤੋਂ ਵੱਧ ਮਰੀਜ਼ਾਂ ਦੇ ਇਲਾਜ ਤੋਂ ਬਾਅਦ ਠੀਕ ਹੋ ਕੇ ਆਪੋ ਆਪਣੇ ਘਰ ਚਲੇ ਗਏ ਨੇ। ਡਾਕਟਰ ਹਰਸ਼ਵਰਧਨ ਅੱਜ ਮੰਤਰੀ ਸਮੂਹ ਦੀ 17ਵੀਂ ਬੈਠਕ ਦੌਰਾਨ ਇਸ ਬਿਮਾਰੀ ਸੰਬੰਧੀ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਸੰਬੋਧਨ ਕਰ ਰਹੇ ਸਨ। और लगभग 5 लाख के करीब जो अब तक कोविड से भारत में मरीज प्रभावित हुए हैं, इसमें से लगभग 3 लाख मरीज ठीक होकर घर वापस चले गए हैं और जो बचे हुए मरीज हैं उनमें से भी अधिकांश रोड टू रिकवरी पर है। आने वाले समय में वो घर वापस लौटेंगे। ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਕੁੱਲ ਮਾਮਲਿਆਂ ਵਿੱਚੋਂ ਕਰੀਬ 3 ਲੱਖ ਮਰੀਜ਼ ਠੀਕ ਹੋ ਚੁੱਕੇ ਨੇ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦੇ ਛੇਤੀ ਠੀਕ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਪਹਿਲਾਂ ਮਰੀਜ਼ਾਂ ਦੀ ਗਿਣਤੀ 3 ਦਿਨ ਵਿੱਚ ਦੁੱਗਣੀ ਹੋ ਜਾਂਦੀ ਸੀ, ਜਦਕਿ ਹੁਣ 19 ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਇਸ ਬਿਮਾਰੀ ਨਾਲ ਪੀੜਤ 85% ਮਰੀਜ਼ 8 ਰਾਜਾਂ ਵਿੱਚੋਂ ਨੇ ਅਤੇ ਮੌਤਾਂ ਵੀ ਇਨ੍ਹਾਂ ਰਾਜਾਂ ਵਿੱਚ ਹੀ ਹੋਈਆਂ ਨੇ। ਮੀਟਿੰਗ ਦੌਰਾਨ ਮੰਤਰੀ ਸਮੂਹ ਦੇ ਮੰਤਰੀਆਂ ਨੇ ਸਿਹਤ ਮੰਤਰੀ ਨੂੰ ਬਿਮਾਰੀ ਦੇ ਚੱਲਦਿਆਂ ਹਾਲਾਤ ਤੋਂ ਜਾਣੂ ਕਰਵਾਇਆ। ਪੰਜਾਬ ਬੀਜੇਪੀ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 37 ਦੇ ਪਾਰਟੀ ਦਫ਼ਤਰ ਵਿੱਚ ਜਨ ਸੰਵਾਦ ਵਰਚੁਅਲ ਰੈਲੀ ਕਰਵਾਈ ਗਈ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ ਇਸ ਵਰਚੁਅਲ ਰੈਲੀ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਸੋਮ ਪ੍ਰਕਾਸ਼ ਅਤੇ ਕੌਮੀ ਉਪ ਪ੍ਰਧਾਨ ਅਵਿਨਾਸ਼ ਖੰਨਾ ਵੱਲੋਂ ਹਿੱਸਾ ਲਿਆ ਗਿਆ। ਪੰਜਾਬ ਦੇ ਰਾਜਸੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਚਾਹ, ਜਨਰਲ ਸਕੱਤਰ ਦਿਨੇਸ਼ ਅਤੇ ਸੁਭਾਸ਼ ਸ਼ਰਮਾ ਤੋਂ ਇਲਾਵਾ ਚੰਡੀਗੜ੍ਹ ਬੀਜੇਪੀ ਦੇ ਨੇਤਾਵਾਂ ਸਮੇਤ ਕੁਝ ਹੋਰ ਇਸ ਰੈਲੀ ਵਿੱਚ ਮੌਜੂਦ ਸਨ। ਕੇਂਦਰੀ ਖੇਤੀ ਮੰਤਰੀ ਨੇ ਇਸ ਮੌਕੇ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਦੇ ਮੁੱਲ, ਫਸਲਾਂ ਦੀ ਖਰੀਦ ਬਾਰੇ MSP ਅਤੇ ਖੁੱਲ੍ਹੀ ਮੰਡੀ ਜਿਹੇ ਮੁੱਦਿਆਂ ਤੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। भोजन सामग्री उपलब्ध कराने का काम हो, गरीब बस्तियों में सैनिटाइजर उपलब्ध कराने का काम हो, घर घर में जाकर लोगों को मास्क उपलब्ध कराने का काम हो। भारतीय जनता पार्टी के राष्ट्रीय अध्यक्ष श्रीमान जगत प्रसाद नड्डा जी के आह्वान पर पूरे देश के करोड़ों करोड़ कार्यकर्ताओं ने जनता की सेवा करने का काम किया।
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਕਈ ਅਹਿਮ ਫੈਸਲੇ ਕੀਤੇ ਨੇ ਅਤੇ ਕਈ ਲੰਬੇ ਸਮੇਂ ਦੀਆਂ ਮੰਗਾਂ ਨੂੰ ਪੂਰਾ ਵੀ ਕੀਤਾ ਹੈ। ਸੰਕਲਪ ਦੇ ਨਾਲ ਜਰੂਰਤ ਦੇ ਨਾਲ ਦੇਸ਼ ਦੀ ਏਕਤਾ ਦੇ ਖੰਡਾਂ ਲਈ ਬਹੁਤ ਹੀ ਮਹੱਤਵਪੂਰਨ ਫੈਸਲੇ ਦੇਸ਼ ਦੇ ਲੋਕਾਂ ਦੇ ਦਿਲਾਂ ਨਾਲ ਜੁੜੇ ਹੋਏ ਭਾਵਨਾ ਨਾਲ ਜੁੜੇ ਹੋਏ ਫੈਸਲੇ ਲਏ ਗਏ। ਅਸ਼ਵਨੀ ਸ਼ਰਮਾ ਨੇ ਵਰਚੁਅਲ ਰੈਲੀ ਦੌਰਾਨ ਕਿਹਾ ਕਿ ਸੂਬੇ ਦੀ ਨਸ਼ਿਆਂ ਸੰਬੰਧੀ ਸਮੱਸਿਆ ਜਿਉਂ ਦੀ ਤਿਉਂ ਹੈ ਅਤੇ ਸ਼ਰਾਬ ਤੇ ਰੇਤ ਮਾਫੀਆ ਸਰਗਰਮ ਨੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਨੇਤਰਤਵ ਦੇ ਅੰਦਰ ਜਦੋਂ ਕੋਰੋਨਾ ਦੀ ਜੰਗ ਨੂੰ ਲੜ ਰਹੇ ਔਰ ਕੋਰੋਨਾ ਤੋਂ ਮੁਕਤ ਭਾਰਤ ਬਣੇ, ਕੋਰੋਨਾ ਹਾਰੇ, ਪੰਜਾਬ ਦੇ ਅੰਦਰ ਵੀ ਅਸੀਂ ਇਹ ਕੋਰੋਨਾ ਦੀ ਲੜਾਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ MSP ਬਾਰੇ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਸਿਆਸੀ, ਆਰਥਿਕ, ਸਮਾਜਿਕ ਅਤੇ ਖੇਤੀ ਸੰਬੰਧੀ ਕਿਸਾਨਾਂ ਦੇ ਹਿੱਤ ਵਿੱਚ ਵੱਡੇ ਫੈਸਲੇ ਲਏ ਨੇ। ਸੂਬੇ ਵਿੱਚੋਂ 33 ਥਾਵਾਂ ਤੋਂ ਪਾਰਟੀ ਵਰਕਰ, ਕਿਸਾਨ ਨੇਤਾ, ਆਮ ਲੋਕ ਅਤੇ ਨੌਜਵਾਨਾਂ ਸਮੇਤ ਕਈ ਹੋਰਨਾਂ ਵੱਲੋਂ ਇਸ ਵਰਚੁਅਲ ਰੈਲੀ ਦੌਰਾਨ ਅਹਿਮ ਮੁੱਦੇ ਸਾਂਝੇ ਕੀਤੇ ਗਏ। ਬੀਜੇਪੀ ਦੀ ਸੂਬਾ ਇਕਾਈ ਵੱਲੋਂ ਭਵਿੱਖ ਵਿੱਚ ਵੀ ਵਾਇਰਸ ਕਾਰਨ ਅਜਿਹੀਆਂ ਵੀਡੀਓ ਵਰਚੁਅਲ ਡਿਜੀਟਲ ਰੈਲੀਆਂ ਰਾਹੀਂ ਲੋਕਾਂ ਤੱਕ ਪਹੁੰਚ ਕਰਨ ਦੀ ਗੱਲ ਆਖੀ ਗਈ। ਕੋਵਿਡ-19 ਦੇ ਬਾਰੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ VP ਸਿੰਘ ਬਦਨੌਰ ਨੇ ਟਰਾਈ ਸਿਟੀ ਦੇ ਅਧਿਕਾਰੀਆਂ ਨਾਲ ਵਾਰ ਰੂਮ ਵਿੱਚ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਸ਼੍ਰੀ ਬਦਨੌਰ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ 2 ਦਿਨਾਂ ਦੌਰਾਨ ਸ਼ਹਿਰ ਵਿੱਚ ਤਕਰੀਬਨ 10,000 ਲੋਕ ਸੜਕ, ਰੇਲ ਅਤੇ ਹਵਾਈ ਮਾਰਗ ਰਾਹੀਂ ਆਏ ਨੇ, ਜਿਨ੍ਹਾਂ ਵਿੱਚੋਂ 9972 ਲੋਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਵੈਬਸਾਈਟ ਉੱਤੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ। ਸ਼੍ਰੀ ਬਦਨੌਰ ਨੇ ਹੁਕਮ ਦਿੱਤੇ ਕਿ ਸ਼ਹਿਰ ਵਿੱਚ ਆਏ ਲੋਕਾਂ ਦੀ ਸਿਹਤ ਤੇ ਨਜ਼ਰ ਰੱਖੀ ਜਾਵੇ ਅਤੇ ਟੀਮਾਂ ਬਣਾ ਕੇ ਬਾਹਰੋਂ ਆਏ ਲੋਕਾਂ ਦੀ ਸਿਹਤ ਜਾਂਚ ਦੇ ਪ੍ਰਬੰਧ ਵੀ ਕੀਤੇ ਜਾਣ। ਉਨ੍ਹਾਂ ਡਾਕਟਰਾਂ, ਸਿਹਤ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਮੌਨਸੂਨ ਸਮੇਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਚੌਕਸ ਰਹਿਣ। ਉਨ੍ਹਾਂ ਇੰਜੀਨੀਅਰਿੰਗ ਸਕੱਤਰ ਨੂੰ ਹਿਦਾਇਤ ਕੀਤੀ ਕਿ ਤੁਰੰਤ ਸਾਰੇ ਚੌ ਅਤੇ ਮੀਂਹ ਕਾਰਨ ਪਾਣੀ ਭਰਨ ਵਾਲੀਆਂ ਥਾਵਾਂ ਦੀ ਸਾਫ਼ ਸਫਾਈ ਦਾ ਕੰਮ ਪੂਰਾ ਕੀਤਾ ਜਾਵੇ। PGI ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਸ਼੍ਰੀ ਬਦਨੌਰ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ 2 ਦਿਨਾਂ ਵਿੱਚੋਂ PGI ਵਿੱਚ 601 ਸੈਂਪਲ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਸਿਰਫ 15 ਸੈਂਪਲ ਕੋਰੋਨਾ ਪੋਜ਼ਿਟਿਵ ਮਿਲੇ ਨੇ ਅਤੇ ਇਹਨਾਂ ਵਿੱਚੋਂ ਕੇਵਲ 5 ਕੇਸ ਹੀ ਚੰਡੀਗੜ੍ਹ ਦੇ ਨੇ। ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਡਾਕਟਰ BS ਜਵਨ ਨੇ ਦੱਸਿਆ ਕਿ ਪਿਛਲੇ 2 ਦਿਨਾਂ ਦੌਰਾਨ 74 ਨਮੂਨਿਆਂ ਦੀ ਜਾਂਚ ਕੋਰੋਨਾ ਵਾਇਰਸ ਬਾਰੇ ਕੀਤੀ ਗਈ ਤੇ ਸਿਰਫ 2 ਮਾਮਲੇ ਹੀ ਪੋਜ਼ਿਟਿਵ ਪਾਏ ਗਏ ਨੇ। ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾਕਟਰ ਜੀ ਦੀਵਾਨ ਨੇ ਸ਼੍ਰੀ ਬਦਨੌਰ ਨੂੰ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਹੋਰ ਸੂਬਿਆਂ ਦੇ 4160 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਸਮੇਂ ਉਨ੍ਹਾਂ ਦੇ ਇਲਾਕੇ ਵਿੱਚ 56 ਐਕਟਿਵ ਕੇਸ ਹਨ ਅਤੇ ਪੰਚਕੂਲਾ ਦੇ DC ਨੇ 71 ਐਕਟਿਵ ਕੇਸ ਹੋਣ ਦੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਚੰਡੀਗੜ੍ਹ ਵਿੱਚ 88 ਕੇਸ ਐਕਟਿਵ ਹੋਣ ਦੀ ਪ੍ਰਮੁੱਖ ਸਿਹਤ ਸਕੱਤਰ ਵੱਲੋਂ ਜਾਣਕਾਰੀ ਦਿੱਤੀ ਗਈ। ਚੰਡੀਗੜ੍ਹ ਦੇ ਹੋਟਲ, ਬੈਂਕਟ ਹਾਲ ਅਤੇ ਰੈਸਟੋਰੈਂਟ ਮਾਲਕਾਂ ਵੱਲੋਂ ਸਮਾਗਮਾਂ ਸਮੇਂ ਜਾਂ ਹੋਟਲ ਦੇ ਕਮਰੇ ਵਿੱਚ ਸ਼ਰਾਬ ਪਰੋਸਣ ਲਈ ਪੰਜਾਬ ਦੀ ਤਰਜ਼ ਉੱਤੇ ਛੋਟ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਸ਼ਾਸਕ ਨੇ 30 ਜੂਨ ਤੱਕ ਇੰਤਜ਼ਾਰ ਕਰਨ ਲਈ ਕਿਹਾ ਹੈ, ਕਿਉਂਕਿ ਅਨਲੌਕ 1 ਤਹਿਤ 30 ਜੂਨ ਤੱਕ ਕੇਂਦਰ ਦੀਆਂ ਮੌਜੂਦਾ ਹਦਾਇਤਾਂ ਜਾਰੀ ਰਹਿਣਗੀਆਂ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੂੰ ਸਖਤ ਹੁਕਮ ਦਿੱਤੇ ਗਏ ਨੇ ਕਿ ਜੋ ਲੋਕ ਸਮਾਜਿਕ ਦੂਰੀ ਬਣਾ ਕੇ ਰੱਖਣ, ਮਾਸਕ ਪਾਉਣ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਣ, ਉਨ੍ਹਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ। ਸਮੇਂ-ਸਮੇਂ ਤੇ ਜਨਤਕ ਥਾਵਾਂ, ਬਾਜ਼ਾਰਾਂ, ਸੁਖਨਾ ਝੀਲ ਆਦਿ ਉੱਤੇ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਮਾਸਕ ਨਾ ਪਾਉਣ ਵਾਲਿਆਂ ਨੂੰ ਤੁਰੰਤ ਜੁਰਮਾਨਾ ਕਰਨ ਦੀ ਹਿਦਾਇਤ ਵੀ ਕੀਤੀ ਗਈ ਹੈ। ਹਰਿਆਣਾ ਸਰਕਾਰ ਨੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਤਹਿਤ ਪਾਣੀਪਤ ਵਿੱਚ 1000 ਏਕੜ ਦੀ ਵਿਕਸਿਤ ਸਨਅਤੀ ਜ਼ਮੀਨ ਤੇ ਵੱਡੀ ਪੱਧਰ ਤੇ ਦਵਾਈਆਂ ਦੇ ਉਤਪਾਦਨ ਦੀਆਂ ਸਨਅਤਾਂ ਲਗਾਉਣ ਲਈ ਪੇਸ਼ਕਸ਼ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਰਚੁਅਲ ਪਲੇਟਫਾਰਮ ਜ਼ਰੀਏ CII ਫਾਰਮਾਸਕੋਪ ਦੇ ਉਦਘਾਟਨ ਸਮੇਂ ਬੋਲਦਿਆਂ ਕਿਹਾ ਕਿ ਪਾਣੀਪਤ ਦਿੱਲੀ ਦੇ ਨੇੜੇ ਹੋਣ ਕਾਰਨ ਸਨਅਤਾਂ ਲਈ ਬਹੁਤ ਹੀ ਅਨੁਕੂਲ ਹੈ ਅਤੇ ਹੋਰ ਰਾਜਾਂ ਲਈ ਵੀ ਬਹੁਤ ਨੇੜੇ ਹੈ। तो CII बहुत प्रकार से उद्योग जगत को, चाहे भारत सरकार के प्रदेश सरकारों के साथ
जो एक जोड़ने का काम करती है और वो एक समन्वय का काम जिस प्रकार से करके और हर प्रदेश और देश जैसे उद्योग जगत में, आर्थिक जगत में आगे बढ़ रहा है, उसमें सीआईआई की अपनी एक भूमिका है। हरियाणा के और भी कई अगर मैं विशेषताएं बताता हूं तो सबसे बड़ा तो राजधानी दिल्ली, इसको 3 ओर से यानी हरियाणा लगता है। हरियाणा और दिल्ली एक प्रकार से एक ऐसे 2 इलाके हैं कि किसी प्रकार की कठिनाई राजधानी के साथ जुड़े हुए लोगों को कोई नहीं आती है। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ 150 ਤੋਂ ਵੱਧ ਫਾਰਮੇਸੀ ਕਾਲਜ ਅਤੇ ਹੋਰ ਸੰਸਥਾਵਾਂ ਹਨ, ਜਿਸ ਕਰਕੇ ਦਵਾਈਆਂ ਦੀ ਸਨਅਤ ਲਈ ਹੁਨਰਮੰਦ ਕਾਮੇ ਵੀ ਸੌਖ ਨਾਲ ਮਿਲ ਸਕਦੇ ਨੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਡਾਕਟਰੀ ਉਤਪਾਦਾਂ ਦੇ ਕੁੱਲ ਉਤਪਾਦਨ ਦਾ 45% ਹਿੱਸਾ ਹਰਿਆਣਾ ਵਿੱਚ ਬਣਦਾ ਹੈ ਅਤੇ ਪਾਣੀਪਤ ਪਾਰਕ ਦੇ ਉਤਪਾਦਨ ਦਾ 50% ਉੱਤਰੀ ਭਾਰਤ ਵਿੱਚ ਹੀ ਵਰਤਿਆ ਜਾ ਸਕਦਾ ਹੈ। मनोहर लाल ने कहा कि राज सरकार निवेशकों को सारियां जरूरी सहूलतां मुहैया करवा रही है, जिस करके हरियाणा का तेजी नाल सनअतीकरण हो रहा है। राष्ट्रीय राजधानी खेतर दिल्ली के करके घरेलू बाजार विच सूबे की 11% तक पहुंचे। प्रधानमंत्री नरेंद्र मोदी कल ऐतवार 28 जून सवेरे 11 बजे आकाशवाणी तो मन की बात प्रोग्राम राही देश विदेश के लोगों नाल अपने विचार साझे करनगे। इस प्रोग्राम की यह 66वीं कड़ी होवेगी। आकाशवाणी और दूरदर्शन के समुचे नैटवर्क वालों मन की बात का प्रसारण किया जाएगा। हिंदी विच प्रसारण तो तुरंत बाद खेतरी भाषावां विच इसका प्रसारण होवेगा और खेतरी भाषावां विच यह प्रसारण रात 8 बजे फिर सुनिया जा सकता है। प्रधानमंत्री ने इस कड़ी लिए लोगों को विशा सुझाने लई कहा है। लोग टैलीफोन नंबर 1800-117800 ते इस प्रोग्राम लिए अपने विचार रिकॉर्ड कर सकते हैं या नमो ऐप, ओपन फोरम या MyGov ते लिख के भी भेज सकते हैं। कोई भी व्यक्ति 1922 डायल करके SMS विच मिले लिंक जरिए भी अपने सुझाव दे सकता है। ਤੇ ਹੁਣ ਖਬਰਾਂ ਫਟਾਫਟ। ਪੰਜਾਬ ਦੇ ਪਿੰਡੂ ਇਲਾਕਿਆਂ ਦੇ ਸਰਵਪੱਖੀ ਵਿਕਾਸ ਲਈ ਸੜਕੀ ਨੈਟਵਰਕ ਨੂੰ ਬਿਹਤਰ ਬਣਾਉਣ ਵਾਸਤੇ ਰਾਜ ਕਮੇਟੀ ਨੇ 1100 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਵੀਨੀਕਰਨ ਅਤੇ 16 ਪੁਲਾਂ ਦੀ ਉਸਾਰੀ ਨੂੰ ਦਿੱਤੀ ਪ੍ਰਵਾਨਗੀ। ਪੰਜਾਬ ਸਰਕਾਰ ਨੇ ਆਰਥਿਕ ਮੰਦੀ ਦੇ ਦੌਰ ਤੇ ਕੋਵਿਡ-19 ਕਰਕੇ ਪੈਦਾ ਹੋਏ ਮੁਸ਼ਕਿਲ ਹਾਲਾਤਾਂ ਦੇ ਮੱਦੇਨਜ਼ਰ ਸੂਬੇ ਦੇ ਉਦਯੋਗਪਤੀਆਂ ਲਈ ਵੱਡੀ ਰਾਹਤ ਦਾ ਕੀਤਾ ਐਲਾਨ। हरियाणा के कुछ इलाकों और राष्ट्रीय राजधानी खेतर दिल्ली विच पहुंचा टिड्डी दल। गुरुग्राम विच टिड्डी दल वालों किया गया नुकसान। दिल्ली विच भी टिड्डी दल के पहुंचण का खदशा। ਅਤੇ ਤੁਸੀਂ ਸਾਡੇ समाचार YouTube चैनल DD न्यूज़ चंडीगढ़, Facebook DD न्यूज़ चंडीगढ़ और ट्विटर हैंडल